हाँ जी, सत श्री अकाल दोस्तों। पंजाबी ਦੇ ਲੈਕਚਰ ਸਾਡੇ ਸਟਾਰਟ ਹੋ ਚੁੱਕੇ ਨੇ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਪੰਜਾਬੀ ਦੀ ਅੱਜ ਵਿਆਕਰਣ ਭਾਗ ਦੀ ਇਸ ਦੂਜੀ ਵੀਡੀਓ ਦੇ ਵਿੱਚ। ਪਹਿਲੇ ਭਾਗ ਦੀ ਵੀਡੀਓ ਦੇ ਵਿੱਚ ਆਪਾਂ ਵਾਕ ਕੀ ਹੁੰਦਾ ਹੈ ਉਹਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਸੀ। ਤੁਸੀਂ ਉਹ ਵੀਡੀਓ ਚੈੱਕ ਕਰਨ ਦੇ ਲਈ ਵੀਡੀਓ ਦੇ ਵਿੱਚ ਦਿੱਤੇ ਗਏ ਲਿੰਕ ਉੱਤੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਹੋ। ਤੇ ਅੱਜ ਦੀ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਵਾਕ ਦੀਆਂ ਕਿਸਮਾਂ ਜਾਂ ਵਾਕ ਵੰਡ ਬਾਰੇ। ਵਾਕ ਨੂੰ ਕਿਸ ਤਰੀਕੇ ਨਾਲ ਵੰਡਿਆ ਜਾ ਸਕਦਾ ਹੈ। ਪੰਜਾਬੀ ਵਾਕ ਦੀ ਗੱਲ ਕਰੀਏ ਤਾਂ ਪੰਜਾਬੀ ਵਾਕ ਨੂੰ ਦੋ ਕਿਸਮਾਂ ਦੇ ਆਧਾਰ ਤੇ ਵੰਡਿਆ ਜਾਂਦਾ ਹੈ। ਪਹਿਲੀ ਬਣਤਰ ਤੇ ਦੂਜੀ ਕਾਰਜ। ਬਣਤਰ ਤੋਂ ਭਾਵ ਹੈ ਕਿ ਵਾਕ ਨੂੰ ਬਣਾਉਣ ਦੇ ਵਿੱਚ ਜਾਂ ਵਾਕ ਦੀ ਬਣਾਵਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਾਕ ਦੇ ਅੰਸ਼ਾਂ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ, ਉਸ ਤਰੀਕੇ ਦੇ ਆਧਾਰ ਦੀ ਵੰਡ। ਦੂਜੀ ਹੈ ਵਾਕ ਦੇ ਕਾਰਜ ਦੇ ਆਧਾਰ ਤੇ, ਭਾਵ ਵਾਕ ਜਦੋਂ ਵਿਚਰਦਾ ਹੈ, ਵਾਕ ਨੂੰ ਜਦੋਂ ਬੋਲਿਆ ਜਾਂ ਲਿਖਿਆ ਜਾਂਦਾ ਹੈ, ਉਸ ਤੋਂ ਕਿਸ ਤਰੀਕੇ ਦਾ ਕਾਰਜ ਹੈ ਜਿਹੜਾ ਉਹ ਤੁਹਾਨੂੰ ਸਪਸ਼ਟ ਹੋ ਰਿਹਾ ਹੈ, ਉਸ ਦੇ ਆਧਾਰ ਤੇ ਵਾਕ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਗੱਲ ਕਰਦੇ ਹਾਂ ਪਹਿਲੀ ਬਣਤਰ ਦੇ ਆਧਾਰ ਤੇ ਕੀਤੀ ਗਈ ਵੰਡ ਦੀ। ਇਹਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਬਣਤਰ ਦੇ ਆਧਾਰ ਤੇ ਪਹਿਲੀ ਵੰਡ ਹੈ ਸਧਾਰਨ ਵਾਕ, ਦੂਜੀ ਹੈ ਸੰਯੁਕਤ ਵਾਕ, ਤੀਜੀ ਹੈ ਮਿਸ਼ਰਤ ਵਾਕ। ਗੱਲ ਕਰਦੇ ਹਾਂ ਕਾਰਜ ਦੇ ਆਧਾਰ ਤੇ ਕੀਤੀ ਗਈ ਵੰਡ ਦੀ, ਤਾਂ ਪੰਜਾਬੀ ਵਾਕਾਂ ਨੂੰ ਕਾਰਜ ਦੇ ਆਧਾਰ ਤੇ ਇਹਨਾਂ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਕਿਸਮ ਹੈ ਬਿਆਨੀਆ ਵਾਕ। ਬਿਆਨੀਆ ਵਾਕ ਨੂੰ ਅੱਗੇ ਉਪ ਵੰਡ ਕੀਤੀ ਗਈ ਹੈ। ਪਹਿਲੀ ਕਿਸਮ ਹੈ ਹਾਂ ਵਾਚਕ, ਦੂਜੀ ਹੈ ਨਾ ਵਾਚਕ, ਤੇ ਅਗਲੀ ਕਿਸਮ ਹੈ ਪ੍ਰਸ਼ਨਵਾਚਕ, ਵਿਸਮੈਵਾਚਕ, ਆਗਿਆ ਜਾਂ ਹੁਕਮਵਾਚਕ ਤੇ ਇੱਛਾਵਾਚਕ। ਤੇ ਹੁਣ ਆਪਾਂ ਬਣਤਰ ਦੇ ਆਧਾਰ ਤੇ ਕੀਤੀ ਗਈ ਵਾਕ ਦੀਆਂ ਕਿਸਮਾਂ ਜਾਂ ਵਾਕ ਵੰਡ ਬਾਰੇ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ। ਪਹਿਲੀ ਕਿਸਮ ਹੈ ਸਧਾਰਨ ਵਾਕ ਦੀ। ਸਧਾਰਨ ਵਾਕ ਪਛਾਣਨਾ ਬਹੁਤ ਸੌਖਾ ਹੈ ਕਿਉਂਕਿ ਇਸ ਤਰੀਕੇ ਦੇ ਵਾਕ ਦੇ ਵਿੱਚ ਉਪਵਾਕ ਨਹੀਂ ਹੋਣਗੇ। ਉਪਵਾਕ ਤੋਂ ਭਾਵ ਹੈ ਕਿ ਛੋਟੇ ਛੋਟੇ ਵਾਕ ਨਹੀਂ ਹੋਣਗੇ ਤੇ ਇਸ ਵਾਕ ਦੇ ਵਿੱਚ ਇੱਕ ਉਦੇਸ਼ ਤੇ ਇੱਕ ਵਿਧੇਯ। ਉਦੇਸ਼ ਤੇ ਵਿਧੇਯ ਕੀ ਹੈ ਵਾਕ ਦੇ ਵਿੱਚ? ਜਦੋਂ ਜਿਸ ਵਾਕ ਦੇ ਵਿੱਚ ਜਿਸ ਬਾਰੇ ਗੱਲ ਕੀਤੀ ਗਈ ਹੋਵੇ ਉਸਨੂੰ ਵਾਕ ਦਾ ਉਦੇਸ਼ ਕਿਹਾ ਜਾਂਦਾ ਹੈ, ਤੇ ਜੋ ਗੱਲ ਕੀਤੀ ਗਈ ਹੈ ਉਦੇਸ਼ ਬਾਰੇ ਉਸਨੂੰ ਵਿਧੇਯ ਆਖਿਆ ਜਾਂਦਾ ਹੈ। ਤੇ ਇਸ ਤਰੀਕੇ ਦੇ ਵਾਕ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਉਦਾਹਰਨ ਤੋਂ ਆਪਾਂ ਨੂੰ ਜ਼ਿਆਦਾ ਸਪਸ਼ਟ ਹੋ ਜਾਏਗਾ। ਜਿਵੇਂ ਆਪਾਂ ਗੱਲ ਕਰਦੇ ਹਾਂ, ਉਦਾਹਰਨ ਦਿੱਤੀ ਹੋਈ ਹੈ ਰਜਿੰਦਰ ਪੜ੍ਹ ਰਹੀ ਹੈ। ਤਾਂ ਵਾਕ ਦੇ ਵਿੱਚ ਪਹਿਲੀ ਆਪਾਂ ਸ਼ਰਤ ਲਾਗੂ ਕਰਦੇ ਹਾਂ ਕਿ ਉਪਵਾਕਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ, ਭਾਵ ਸਿਰਫ ਇੱਕੋ ਹੀ ਵਾਕ ਆਪਾਂ ਬੋਲ ਕੇ ਸਾਰਾ ਅਰਥ ਸਪਸ਼ਟ ਕਰ ਸਕਦੇ ਹਾਂ। ਦੂਜੀ ਸ਼ਰਤ ਕੀ ਹੈ ਕਿ ਇੱਕ ਉਦੇਸ਼ ਤੇ ਇੱਕ ਵਿਧੇਯ ਹੋਊਗਾ। ਉਦੇਸ਼ ਕੌਣ ਹੈ? ਜਿਸ ਬਾਰੇ ਗੱਲ ਕੀਤੀ ਗਈ ਹੈ, ਭਾਵ ਰਜਿੰਦਰ ਬਾਰੇ ਗੱਲ ਕੀਤੀ ਗਈ ਹੈ। ਤੇ ਵਿਧੇਯ ਤੋਂ ਕੀ ਭਾਵ ਹੈ? ਰਜਿੰਦਰ ਬਾਰੇ ਕੀ ਗੱਲ ਕੀਤੀ ਗਈ ਹੈ ਕਿ ਉਹ ਪੜ੍ਹ ਰਹੀ ਹੈ। ਤਾਂ ਇਸ ਉਦਾਹਰਨ ਤੋਂ ਆਪਾਂ ਨੂੰ ਸਪਸ਼ਟ ਹੋ ਗਿਆ ਕਿ ਜਿਸ ਵਾਕ ਨੂੰ ਉਪਵਾਕਾਂ ਦੇ ਵਿੱਚ ਨਾ ਵੰਡਿਆ ਜਾ ਸਕੇ ਤੇ ਜਿਸ ਦੇ ਵਿੱਚ ਇੱਕ ਉਦੇਸ਼ ਤੇ ਇੱਕ ਹੀ ਵਿਧੇਯ ਹੋਊਗਾ, ਉਸ ਨੂੰ ਇਕਹਿਰਾ ਜਾਂ ਇੱਕ ਕਿਰਿਆ ਵਾਲਾ ਜਾਂ ਸਧਾਰਨ ਵਾਕ ਕਹਿੰਦੇ ਹਨ। ਹੋਰ ਖਾਸੀਅਤ ਕੀ ਹੈ ਸਧਾਰਨ ਵਾਕ ਦੀ? ਕਿ ਸਧਾਰਨ ਵਾਕ ਦੇ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਹੀ ਹੋਣਗੇ, ਭਾਵ ਇਹ ਦੋਨੋਂ ਤੱਤ ਹੀ ਸਧਾਰਨ ਵਾਕ ਦੇ ਲਾਜ਼ਮੀ ਤੱਤ ਨੇ। ਤਾਂ ਇਹਨਾਂ ਉਦਾਹਰਨਾਂ, ਦੂਜੀ ਉਦਾਹਰਨ ਕੀ ਹੈ? ਰਜਿੰਦਰ ਕਿਤਾਬ ਪੜ੍ਹ ਰਹੀ ਹੈ। ਤਾਂ ਰਜਿੰਦਰ ਕੌਣ ਹੈ ਇੱਥੇ? ਉਦੇਸ਼, ਨਾਂਵ ਵਾਕੰਸ਼। ਕਿਤਾਬ ਕੀ ਹੈ? ਨਾਂਵ ਵਾਕੰਸ਼ ਵੀ ਹੈ ਤੇ ਕਰਮ ਨਾਂਵ ਵਾਕੰਸ਼ ਵੀ ਹੈ। ਪੜ੍ਹ ਰਹੀ ਹੈ ਕੀ ਹੈ? ਕਿਰਿਆ ਵਾਕੰਸ਼ ਹੈ। ਤਾਂ ਇਸ ਵਾਕ ਨੂੰ ਨਾ ਹੀ ਉਪਵਾਕਾਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਤੇ ਇਸ ਦਾ ਇੱਕ ਹੀ ਉਦੇਸ਼ ਤੇ ਇੱਕ ਹੀ ਵਿਧੇਯ ਹੈ, ਤੇ ਇਸ ਦੇ ਵਿੱਚ ਨਾਂਵ ਵਾਕੰਸ਼ ਤੇ ਕਿਰਿਆ ਵਾਕੰਸ਼ ਸ਼ਾਮਿਲ ਨੇ। ਤਾਂ ਇਸ ਤਰੀਕੇ ਦੇ ਵਾਕ ਨੂੰ ਸਧਾਰਨ ਵਾਕ ਦੀ ਵੰਡ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗੱਲ ਕਰਦੇ ਹਾਂ ਬਣਤਰ ਦੇ ਆਧਾਰ ਤੇ ਕੀਤੀ ਗਈ ਦੂਸਰੀ ਕਿਸਮ ਦੀ। ਦੂਸਰੀ ਕਿਸਮ ਹੈ ਸੰਯੁਕਤ ਵਾਕ। ਸੰਯੁਕਤ ਵਾਕਾਂ ਦੀ ਬਣਤਰ ਜਾਂ ਬਣਾਵਟ ਸਾਵੀਂ ਹੁੰਦੀ ਹੈ। ਸਾਵੀਂ ਤੋਂ ਇੱਥੇ ਕੀ ਭਾਵ ਲਿਆ ਗਿਆ ਹੈ ਕਿ ਬਰਾਬਰਤਾ ਦੇ ਭਾਵ ਰੱਖਣ ਵਾਲੇ ਵਾਕ। ਅੱਗੇ ਪੜ੍ਹਦੇ ਹਾਂ ਜ਼ਿਆਦਾ ਸਪਸ਼ਟ ਹੋਊਗਾ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਹੋਣਗੇ, ਉਹ ਸਾਰੇ ਸੁਤੰਤਰ ਉਪਵਾਕ ਮਿਲ ਕੇ ਸੰਯੁਕਤ ਵਾਕ ਬਣਾਉਣਗੇ। ਭਾਵ ਕੀ ਹੈ ਕਿ ਸੰਯੁਕਤ ਵਾਕਾਂ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕ ਸ਼ਾਮਿਲ ਕੀਤੇ ਹੋਏ ਹੋਣਗੇ, ਉਹਦੇ ਵਿੱਚ ਇਕਹਿਰਾ ਵਾਕ ਨਹੀਂ ਹੋਏਗਾ। ਤੇ ਜੋ ਵੀ ਉਪਵਾਕ ਸੰਯੁਕਤ ਵਾਕ ਦੇ ਵਿੱਚ ਸ਼ਾਮਿਲ ਕੀਤੇ ਹੋਣਗੇ ਉਹ ਸੁਤੰਤਰ ਉਪਵਾਕ ਹੋਣਗੇ। ਸੁਤੰਤਰ ਉਪਵਾਕ
ਕੀ ਹੁੰਦੇ ਨੇ, ਇਹ ਆਪਾਂ ਉਦਾਹਰਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਸਪਸ਼ਟ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਵਿਆਕਰਨ ਦੀ ਦ੍ਰਿਸ਼ਟੀ ਤੋਂ ਆਪਾਂ ਇਹਨਾਂ ਨੂੰ ਦੇਖਾਂਗੇ ਤਾਂ ਇਹ ਜਿਹੜੇ ਉਪਵਾਕ ਹੋਣਗੇ ਉਹ ਸੁਤੰਤਰ ਰੂਪ ਦੇ ਵਿੱਚ, ਸੁਤੰਤਰ ਤੌਰ 'ਤੇ ਵਿਚਰਨ ਦੇ ਵਿੱਚ ਸਮਰੱਥਾ ਵੀ ਇਹ ਰੱਖਦੇ ਹੋਣਗੇ। ਸੰਯੁਕਤ ਵਾਕਾਂ ਨੂੰ ਤੁਸੀਂ ਹੋਰ ਵੀ ਕਿਸ ਤਰੀਕੇ ਨਾਲ ਪਹਿਚਾਣ ਸਕਦੇ ਹੋ? ਜਿਨ੍ਹਾਂ ਵਾਕਾਂ ਦੇ ਵਿੱਚ ਕੌਮਾ, ਤੇ, ਅਤੇ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ ਆਦਿ ਇਹ ਸਾਰੇ ਸਮਾਨਯੋਜਕ ਲੱਗੇ ਹੋਏ ਹੋਣਗੇ, ਉਹਨਾਂ ਵਾਕਾਂ ਨੂੰ ਸੰਯੁਕਤ ਵਾਕ ਕਿਹਾ ਜਾਊਗਾ। ਉਦਾਹਰਨ ਤੋਂ ਇਹ ਆਪਾਂ ਜ਼ਿਆਦਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਰਾਹ ਪਿਆ ਜਾਣੀਏ ਜਾਂ ਬਾਹ ਪਿਆ ਜਾਣੀਏ, ਇਹਦੇ ਵਿੱਚ 2 ਉਪਵਾਕ ਸ਼ਾਮਿਲ ਕੀਤੇ ਗਏ ਨੇ। ਪਹਿਲਾ ਉਪਵਾਕ ਹੈ ਰਾਹ ਪਿਆ ਜਾਣੀਏ, ਦੂਜਾ ਉਪਵਾਕ ਹੈ ਵਾਹ ਪਿਆ ਜਾਣੀਏ, ਤੇ ਇਸ ਨੂੰ ਜਾਂ ਯੋਜਕ ਦੇ ਨਾਲ ਜੋੜਿਆ ਗਿਆ ਹੈ। ਤਾਂ ਸੁਤੰਤਰ ਉਪਵਾਕ ਤੋਂ ਕੀ ਭਾਵ ਹੈ? ਜਦੋਂ 2 ਜਾਂ 2 ਤੋਂ ਵੱਧ ਉਪਵਾਕ, ਜਿਨ੍ਹਾਂ ਉਪਵਾਕਾਂ ਨੂੰ ਜੇਕਰ ਤੁਸੀਂ ਇਕੱਲਿਆਂ ਵੀ ਉਹਦਾ ਉਚਾਰਨ ਕਰਦੇ ਹੋ ਤਾਂ ਵੀ ਉਹ ਕੋਈ ਨਾ ਕੋਈ ਸੁਤੰਤਰ ਅਰਥ ਸਪਸ਼ਟ ਕਰਦਾ ਹੈ, ਤੁਹਾਨੂੰ ਕੁਝ ਨਾ ਕੁਝ ਅਰਥ ਜ਼ਰੂਰ ਸਪਸ਼ਟ ਕਰਦਾ ਹੈ, ਤਾਂ ਉਸ ਉਪਵਾਕ ਨੂੰ ਸੁਤੰਤਰ ਉਪਵਾਕ ਕਿਹਾ ਜਾਂਦਾ ਹੈ। ਤਾਂ ਉਦਾਹਰਨ ਦੇ ਵਿੱਚ ਦਿੱਤੇ ਗਏ ਦੋਨੋਂ ਉਪਵਾਕ ਨੇ ਜਿਹੜੇ ਜਾਂ ਯੋਜਕ ਦੇ ਨਾਲ ਜੋੜੇ ਹੋਏ, ਇਹ ਤੁਹਾਨੂੰ ਆਪਣਾ ਵੱਖਰਾ ਵੱਖਰਾ ਅਰਥ ਸਪਸ਼ਟ ਕਰ ਰਹੇ ਨੇ। ਜਿਵੇਂ ਰਾਹ ਪਿਆ ਜਾਣੀਏ ਤੋਂ ਭਾਵ ਕੀ ਹੈ ਕਿ ਕਿਸੇ ਰਾਹ 'ਤੇ ਜਾਣ ਦੇ ਨਾਲ ਹੀ ਉਸ ਰਾਹ ਬਾਰੇ ਆਪਾਂ ਜਾਣ ਸਕਦੇ ਹਾਂ। ਦੂਜਾ ਉਪਵਾਕ ਕੀ ਕਹਿ ਰਿਹਾ? ਵਾਹ ਪਿਆ ਜਾਣੀਏ, ਭਾਵ ਕਿਸੇ ਵਿਅਕਤੀ ਦੇ ਨਾਲ ਵਾਹ ਪੈਣ ਤੋਂ ਬਾਅਦ ਹੀ ਉਸ ਬਾਰੇ ਜਾਣਿਆ ਜਾ ਸਕਦਾ ਹੈ। ਦੂਸਰੇ ਉਦਾਹਰਨ ਦੀ ਗੱਲ ਕਰੀਏ, ਖੁਸ਼ਬੂ ਕਵਿਤਾ ਬੋਲਦੀ ਰਹੀ, ਪਹਿਲਾ ਉਪਵਾਕ, ਮੈਂ ਕਵਿਤਾ ਲਿਖਦੀ ਰਹੀ, ਦੂਜਾ ਉਪਵਾਕ, ਅਤੇ ਯੋਜਕ ਦੇ ਨਾਲ ਇਸ ਨੂੰ ਜੋੜਿਆ ਗਿਆ ਹੈ। ਤਾਂ ਜੇਕਰ ਤੁਸੀਂ ਪਹਿਲਾ ਉਪਵਾਕ ਵੀ ਬੋਲਦੇ ਹੋ, ਖੁਸ਼ਬੂ ਕਵਿਤਾ ਬੋਲਦੀ ਰਹੀ, ਤਾਂ ਇਹ ਵੀ ਤੁਹਾਨੂੰ ਸਪਸ਼ਟ ਹੋ ਰਿਹਾ ਕਿ ਖੁਸ਼ਬੂ ਨਾਮ ਦੀ ਲੜਕੀ ਹੈ, ਉਹ ਕਵਿਤਾ ਬੋਲਦੀ ਰਹੀ। ਜੇਕਰ ਦੂਸਰਾ ਉਪਵਾਕ ਇਕੱਲਾ ਵੀ ਬੋਲੋਗੇ, ਮੈਂ ਲਿਖਦੀ ਰਹੀ, ਤਾਂ ਅਲੱਗ ਇਹ ਅਰਥ ਸਪਸ਼ਟ ਕਰ ਰਿਹਾ ਹੈ ਕਿ ਮੈਂ ਕੁਝ ਨਾ ਕੁਝ ਲਿਖਦੀ ਰਹੀ। ਤੀਜੀ ਉਦਾਹਰਨ ਵੱਲ ਚੱਲਦੇ ਹਾਂ। ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ, ਪਰ ਮਰੀ ਹੋਈ ਵਹਿਣ ਦੇ ਨਾਲ ਚੱਲਦੀ ਹੈ। ਪਹਿਲਾ ਉਪਵਾਕ ਵੀ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਕਿਉਂਕਿ ਇਹ ਆਪਾਂ ਨੂੰ ਅਰਥ ਸਪਸ਼ਟ ਕਰ ਰਿਹਾ ਹੈ ਕਿ ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ, ਪਰ ਯੋਜਕ ਦੇ ਨਾਲ ਇਸ ਉਪਵਾਕ ਨੂੰ ਜੋੜਿਆ ਗਿਆ ਹੈ ਦੋਨਾਂ ਨੂੰ। ਤੇ ਦੂਸਰਾ ਉਪਵਾਕ ਕੀ ਹੈ? ਮਰੀ ਹੋਈ ਵਹਿਣ ਦੇ ਨਾਲ ਚੱਲਦੀ ਹੈ, ਤਾਂ ਮਰੀ ਹੋਈ ਮੱਛੀ ਵਹਿਣ ਦੇ ਨਾਲ ਚੱਲਦੀ ਹੈ। ਇਹ ਅਰਥ ਵੀ ਆਪਾਂ ਨੂੰ ਸਪਸ਼ਟ ਕਰ ਰਹੀ ਹੈ। ਤਾਂ ਚੱਲਦੇ ਹਾਂ ਬਣਤਰ ਦੇ ਆਧਾਰ ਤੇ ਵਾਕ ਦੀ ਤੀਜੀ ਕਿਸਮ ਮਿਸ਼ਰਤ ਵਾਕ ਵੱਲ। ਮਿਸ਼ਰਤ ਵਾਕ ਕੀ ਹੈ? ਇਹ ਸੰਯੁਕਤ ਵਾਕ ਨਾਲੋਂ ਵੱਖਰਾ ਹੋਊਗਾ। ਇਸ ਦੇ ਵਿੱਚ ਵੀ ਕੀ ਹੋਊਗਾ? 2 ਜਾਂ 2 ਤੋਂ ਵੱਧ ਉਪਵਾਕ ਸ਼ਾਮਿਲ ਕੀਤੇ ਹੋਏ ਹੋਣਗੇ, ਪਰ ਇਹਨਾਂ ਦੀ ਬਣਤਰ ਕੀ ਹੋਊਗੀ? ਅਸਾਵੀ। ਅਸਾਵੀ ਤੋਂ ਭਾਵ ਕੀ ਹੈ ਕਿ ਜਿਨ੍ਹਾਂ ਦੀ ਬਣਤਰ ਇੱਕੋ ਜਿਹੀ ਨਾ ਹੋਵੇ, ਭਾਵ ਬਰਾਬਰਤਾ ਦੇ ਪੱਧਰ ਦੇ ਵਾਕ ਜਾਂ ਉਪਵਾਕ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਇਸ ਦੇ ਵਿੱਚ ਮਿਸ਼ਰਤ ਵਾਕ ਦੀ ਬਣਤਰ ਕਿਵੇਂ ਬਣਾਈ ਜਾਊਗੀ? ਇਹਦੇ ਵਿੱਚ ਇੱਕ ਉਪਮੁੱਖ ਵਾਕ ਹੋਵੇਗਾ ਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਸ਼ਾਮਿਲ ਹੋਣਗੇ। ਜੋ ਮਿਸ਼ਰਤ ਵਾਕ ਦੇ ਵਿੱਚ ਮੁੱਖ ਉਪਵਾਕ ਸ਼ਾਮਿਲ ਹੋਊਗਾ ਉਹ ਸੁਤੰਤਰ ਰੂਪ ਦੇ ਵਿੱਚ ਵਿਚਰਨ ਦੀ ਸਮਰੱਥਾ ਰੱਖਦਾ ਹੈ, ਪਰ ਅਧੀਨ ਉਪਵਾਕ ਉਹ ਸੁਤੰਤਰ ਤੌਰ 'ਤੇ ਨਹੀਂ ਵਿਚਰ ਸਕਦਾ। ਜੇਕਰ ਤੁਸੀਂ ਹੋਰ ਵੀ ਪਛਾਣਨਾ ਹੋਵੇ ਕਿ ਮਿਸ਼ਰਤ ਵਾਕ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਪਛਾਣ ਸਕਦੇ ਹੋ, ਤਾਂ ਜਿਨ੍ਹਾਂ ਪੰਜਾਬੀ ਵਾਕਾਂ ਦੇ ਵਿੱਚ ਕਿਉਂਕਿ, ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ, ਕਿ ਆਦਿ ਇਹ ਯੋਜਕ ਲੱਗੇ ਹੋਣਗੇ, ਉਹ ਕਿਹੜੇ ਵਾਕ ਹੋਣਗੇ ਜੀ? ਮਿਸ਼ਰਤ ਵਾਕ ਦੇ ਉਪਵਾਕ, ਭਾਵ ਇਹਨਾਂ ਉਪਵਾਕਾਂ ਦੇ ਨਾਲ ਇਹ ਵਾਲੇ ਯੋਜਕ ਲੱਗੇ ਹੋਣਗੇ। ਕਿਉਂਕਿ, ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ, ਕਿ ਆਦਿ, ਤਾਂ ਉਹਨਾਂ ਤੋਂ ਵੀ ਤੁਸੀਂ ਪਛਾਣ ਸਕਦੇ ਹੋ ਕਿ ਕਿਸ ਕਿਸਮ ਦਾ ਵਾਕ ਹੈ? ਮਿਸ਼ਰਤ ਵਾਕ ਹੈ। ਉਦਾਹਰਨ ਤੋਂ ਸਪਸ਼ਟ ਕਰਦੇ ਹਾਂ। ਜਿਵੇਂ ਉਸਨੇ ਕਿਹਾ ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ, ਤਾਂ ਇਸ ਦੇ ਵਿੱਚ 2 ਉਪਵਾਕ ਹੀ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ ਨੂੰ ਕੇ ਯੋਜਕ ਦੇ ਨਾਲ ਜੋੜਿਆ ਗਿਆ ਹੈ। ਤਾਂ ਪਹਿਲਾ ਹੈ ਉਸਨੇ ਕਿਹਾ, ਦੂਸਰਾ ਉਪਵਾਕ ਹੈ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ। ਤਾਂ ਉਸਨੇ ਕਿਹਾ ਤੇ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ, 2 ਉਪਵਾਕਾਂ ਨੂੰ ਕੇ ਯੋਜਕ ਦੇ ਨਾਲ ਜੋੜਿਆ ਗਿਆ ਹੈ, ਪਰ ਇਹਦੇ ਵਿੱਚ ਇੱਕ ਉਪਵਾਕ ਅਧੀਨ ਹੈ ਤੇ ਇੱਕ ਸਵਾਧੀਨ ਹੈ, ਭਾਵ ਇੱਕ ਸੁਤੰਤਰ ਹੈ, ਇੱਕ ਅਰਥ ਸਪਸ਼ਟ ਕਰਦਾ ਹੈ, ਦੂਸਰਾ ਅਰਥ ਸਪਸ਼ਟ ਨਹੀਂ ਕਰਦਾ। ਤੇ ਇਹ ਕਿਸ ਤਰੀਕੇ ਦਾ ਵਾਕ ਹੈ? ਮਿਸ਼ਰਤ ਵਾਕ।
ਦੂਸਰੀ ਉਦਾਹਰਨ ਵੱਲ ਚੱਲਦੇ ਹਾਂ। ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ, ਤੇ ਇਸ ਵਾਕ ਦੇ ਵਿੱਚ ਵੀ 2 ਉਪਵਾਕ ਜਿਹੜੇ ਸ਼ਾਮਿਲ ਕੀਤੇ ਗਏ ਨੇ, ਜਿਨ੍ਹਾਂ ਨੂੰ ਜਿਹੜੇ ਯੋਜਕ ਦੇ ਨਾਲ ਜੋੜਿਆ ਗਿਆ ਹੈ। ਤੇ ਜਦੋਂ ਤੁਸੀਂ ਵਾਕਾਂ ਨੂੰ ਅਲੱਗ-ਅਲੱਗ ਬੋਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਵੇਗਾ ਕਿ ਇਸ ਤੋਂ ਬਾਅਦ ਕੁਝ ਨਾ ਕੁਝ ਜ਼ਰੂਰ ਆਵੇਗਾ, ਜਾਂ ਇਹ ਵਾਕ ਅਧੂਰਾ ਹੈ, ਇਹ ਵਾਕ ਪੂਰਨ ਨਹੀਂ ਹੈ। ਜਿਵੇਂ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਤੋਂ ਬਾਅਦ ਤੁਹਾਨੂੰ ਸਵਾਲ ਪੈਦਾ ਹੋ ਰਿਹਾ ਕਿ ਕਿਉਂ ਜਿਹੇ ਵਿਦਿਆਰਥੀ ਹੁੰਦੇ ਹਨ। ਤਾਂ ਜਿਸ ਵਾਕ ਤੋਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਵੇ ਕਿ ਇਹ ਵਾਕ ਅਧੂਰਾ ਹੈ, ਇਸ ਤੋਂ ਬਾਅਦ ਇਸ ਨੂੰ ਪੂਰਾ ਕਰਨ ਦੇ ਲਈ ਕੋਈ ਨਾ ਕੋਈ ਉਪਵਾਕ ਜ਼ਰੂਰ ਆਉਣਾ ਚਾਹੀਦਾ ਹੈ, ਤਾਂ ਉਸ ਤਰੀਕੇ ਦੇ ਵਾਕ ਨੂੰ ਮਿਸ਼ਰਤ ਵਾਕ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ। ਚੱਲਦੇ ਹਾਂ ਵਾਕ ਦੀ ਦੂਜੀ ਕਿਸਮ ਵੱਲ, ਜਾਂ ਕਾਰਜ ਦੇ ਆਧਾਰ ਤੇ ਕੀਤੀ ਗਈ ਵੰਡ ਦੇ ਵੱਲ। ਕਾਰਜ ਤੋਂ ਭਾਵ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਵਾਕ ਕਿਸ ਤਰੀਕੇ ਦਾ ਕੰਮ ਹੈ ਜਿਹੜਾ ਉਹ ਕਰਦਾ ਹੈ। ਪਹਿਲੀ ਕਿਸਮ ਹੈ ਬਿਆਨੀਆ ਵਾਕ। ਬਿਆਨੀਆ ਵਾਕ ਵਿੱਚ ਕਿਸੇ ਤੱਥ ਜਾਂ ਸੱਚਾਈ ਨੂੰ ਪੇਸ਼ ਕੀਤਾ ਗਿਆ ਹੋਊਗਾ, ਜਾਂ ਕਿਸੇ ਘਟਨਾ ਜਾਂ ਵਸਤੂ ਬਾਰੇ ਜਾਣਕਾਰੀ ਦਿੱਤੀ ਗਈ ਹੋਊਗੀ। ਉਸ ਤਰੀਕੇ ਦੇ ਵਾਕ ਨੂੰ ਬਿਆਨੀਆ ਵਾਕ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਜੇਕਰ ਵਿਆਕਰਨਕ ਬਣਤਰ ਦੇ ਤੌਰ ਤੇ ਦੇਖੀਏ ਤਾਂ ਇਹਨਾਂ ਵਾਕਾਂ ਦੇ ਵਿੱਚ ਸਧਾਰਨ ਵਾਕ, ਸੰਯੁਕਤ ਤੇ ਮਿਸ਼ਰਤ ਭਾਵ ਤਿੰਨੋਂ ਤਰੀਕਿਆਂ ਦੇ ਵਾਕ ਹੈ ਜਿਹੜੇ ਉਹ ਬਿਆਨੀਆ ਵਾਕ ਹੋ ਸਕਦੇ ਨੇ। ਅੱਗੇ ਵੰਡ ਕੀਤੀ ਗਈ ਹੈ ਕਿ 2 ਅੰਗਾਂ ਦੇ ਵਿੱਚ ਜਾਂ 2 ਰੂਪ ਹੋਰ ਨੇ, ਹਾਂ ਵਾਚਕ ਤੇ ਨਾ ਵਾਚਕ ਵਾਕ। ਹਾਂ ਵਾਚਕ ਵਾਕ ਕਿਹੜੇ ਹੋਣਗੇ? ਜਿਸ ਵਾਕ ਦੇ ਵਿੱਚ ਜੋ ਕਿਰਿਆ ਹੈ ਉਹ ਹਾਂ ਵਾਚਕ ਹੋਊਗੀ, ਉਸ ਨੂੰ ਹਾਂ ਵਾਚਕ ਕਿਹਾ ਜਾਂਦਾ ਹੈ। ਜਿਵੇਂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ, ਤਾਂ ਇੱਕ ਸਧਾਰਨ ਵਾਕ ਵੀ ਹੈ ਤੇ ਇਸ ਦੇ ਵਿੱਚ ਇੱਕ ਤੱਥ ਵੀ ਪੇਸ਼ ਕੀਤਾ ਗਿਆ ਹੈ, ਸੱਚਾਈ ਵੀ ਪੇਸ਼ ਕੀਤੀ ਗਈ ਹੈ ਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ। ਤਾਂ ਇਹ ਇੱਕ ਬਿਆਨੀਆ ਵਾਕ ਹੈ ਜੋ ਕਿ ਹਾਂ ਵਾਚਕ ਵਾਕ ਹੈ। ਦੂਸਰੀ ਹੈ ਨਾਵਾਚਕ। ਨਾਵਾਚਕ ਜਿਨ੍ਹਾਂ ਦੀ ਕਿਰਿਆ ਜੋ ਨਾਵਾਚਕ ਹੋਊਗੀ ਉਹ ਨਾਵਾਚਕ ਵਾਲੇ ਵਾਕ ਦੀ ਵੰਡ ਦੇ ਵਿੱਚ ਸ਼ਾਮਲ ਹੋਣਗੇ। ਜਿਵੇਂ ਉਦਾਹਰਨ ਤੋਂ ਆਪਾਂ ਜ਼ਿਆਦਾ ਸਪਸ਼ਟ ਕਰਦੇ ਹਾਂ, ਮਿਹਨਤੀ ਲੋਕ ਕਦੇ ਵੀ ਦੁਖੀ ਨਹੀਂ ਹੁੰਦੇ। ਜਿਨ੍ਹਾਂ ਵਾਕਾਂ ਦੇ ਵਿੱਚ ਨਾ, ਨਹੀਂ ਜਾਂ ਨਾਵਾਚਕ ਤੱਤ ਸ਼ਾਮਲ ਹੋਊਗਾ ਉਸ ਵਾਕ ਨੂੰ ਨਾਵਾਚਕ ਵਾਕ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਊਗਾ। ਬੱਚਿਓ ਫੁੱਲ ਨਾ ਤੋੜੋ, ਇਹਦੇ ਵਿੱਚ ਨਾਵਾਚਕ ਤੱਤ ਦੀ ਵਰਤੋਂ ਕੀਤੀ ਗਈ ਹੈ ਤੇ ਇੱਕ ਸਧਾਰਨ ਵਾਕ ਹੈ, ਤੇ ਇਸੇ ਕਰਕੇ ਇਹ ਇੱਕ ਬਿਆਨੀਆ ਵਾਕ ਦੇ ਅਧੀਨ ਨਾਵਾਚਕ ਵਾਕ 'ਚ ਹੈ। ਤੇ ਤੀਸਰੀ ਉਦਾਹਰਨ ਹੈ ਮੇਰੇ ਦਾਦੀ ਜੀ ਪੜ੍ਹੇ ਲਿਖੇ ਨਹੀਂ ਹਨ। ਸਧਾਰਨ ਵਾਕ ਹੈ ਤੇ ਨਾਲ ਹੀ ਇਹ ਨਾਵਾਚਕ ਦੀ ਸ਼੍ਰੇਣੀ ਦੇ ਵਿੱਚ ਆ ਰਿਹਾ, ਨਾਵਾਚਕ ਤੱਤ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ, ਇਸ ਕਰਕੇ ਬਿਆਨੀਆ ਵਾਕ ਦੇ ਅਧੀਨ ਇਹ ਨਾਵਾਚਕ ਵਾਕ ਹੈ। ਦੂਸਰੀ ਕਿਸਮ ਹੈ ਕਾਰਜ ਦੇ ਆਧਾਰ ਤੇ ਪ੍ਰਸ਼ਨਵਾਚਕ ਵਾਕ ਦੀ, ਭਾਵ ਜੋ ਵਾਕ ਪ੍ਰਸ਼ਨ ਪੁੱਛਣ ਜਾਂ ਸਵਾਲ ਪੁੱਛਣ ਦਾ ਕੰਮ ਕਰੇ ਤੇ ਜਿਸ ਦੇ ਅੰਤ ਦੇ ਵਿੱਚ ਆਪਾਂ ਸਵਾਲੀਆ ਨਿਸ਼ਾਨ ਜਾਂ ਪ੍ਰਸ਼ਨ ਸੂਚਕ ਚਿੰਨ੍ਹ ਲਗਾਉਣ ਦੀ ਆਪਾਂ ਨੂੰ ਲੋੜ ਮਹਿਸੂਸ ਹੋਵੇ, ਉਹਨਾਂ ਵਾਕਾਂ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ। ਇਹ ਬਿਲਕੁਲ ਤੁਹਾਨੂੰ ਮੇਰੇ ਖਿਆਲ ਨਾਲ ਸਮਝਾਉਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਸਵਾਲ ਆਪਾਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਹੋਏ ਪੁੱਛਦੇ ਰਹਿੰਦੇ ਹਾਂ, ਤੇ ਜਿਨ੍ਹਾਂ ਦੇ ਮਗਰ ਪ੍ਰਸ਼ਨਵਾਚਕ ਚਿੰਨ੍ਹ ਦੀ ਵਰਤੋਂ ਕੀਤੀ ਹੋਏਗੀ ਉਸ ਨੂੰ ਪ੍ਰਸ਼ਨਵਾਚਕ ਵਾਕ ਹੈ ਜਿਹੜਾ ਉਹ ਕਿਹਾ ਜਾਊਗਾ। ਅੱਗੇ ਦੀ ਕਿਸਮ ਹੈ ਵਿਸਮੈ ਵਾਚਕ। ਵਿਸਮੈ ਤੋਂ ਭਾਵ ਹੈ ਹੈਰਾਨੀ। ਤਾਂ ਜਿਨ੍ਹਾਂ ਵਾਕਾਂ ਦੇ ਵਿੱਚ ਜਿਨ੍ਹਾਂ ਦੇ ਬੋਲਣ ਜਾਂ ਲਿਖਣ ਤੋਂ ਤੁਹਾਨੂੰ ਕਿਸੇ ਦੇ ਮਨ ਦੀ ਖੁਸ਼ੀ ਬਾਰੇ, ਗਮੀ, ਹੈਰਾਨੀ ਜਾਂ ਵਿਸਮੈ, ਹੈਰਾਨੀ ਤੇ ਵਿਸਮੈ ਇੱਕੋ ਹੀ ਗੱਲ ਹੈ, ਇਸ ਦਾ ਭਾਵ ਜਾਂ ਅਰਥ ਪ੍ਰਗਟ ਹੋਵੇ, ਉਹਨਾਂ ਨੂੰ ਵਿਸਮੈ ਵਾਚਕ ਵਾਕਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ। ਤੇ ਇਹਨਾਂ ਵਾਕਾਂ ਦੇ ਅਖੀਰ ਦੇ ਵਿੱਚ, ਅੰਤ ਦੇ ਵਿੱਚ ਵਿਸਮੈ ਵਾਚਕ ਚਿੰਨ੍ਹ ਦੀ ਵਰਤੋਂ ਕੀਤੀ ਹੋਈ ਮਿਲੇਗੀ। ਉਸ ਤੋਂ ਤੁਸੀਂ ਆਸਾਨੀ ਨਾਲ ਪਛਾਣ ਸਕਦੇ ਹੋ ਕਿ ਇਹ ਵਾਕ ਹੈ ਜੋ ਉਹ ਵਿਸਮੈ ਵਾਚਕ ਵਾਕ ਦਾ ਕੰਮ ਕਰ ਰਿਹਾ ਹੈ, ਇਸੇ ਕਰਕੇ ਉਸ ਨੂੰ ਵਿਸਮੈ ਵਾਚਕ ਵਾਕ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ। ਜਿਵੇਂ ਪਹਿਲਾ ਵਾਕ ਹੈ ਵਾਹ ਕਿੰਨਾ ਸੁੰਦਰ ਫੁੱਲ ਹੈ, ਇਹਦੇ ਵਿੱਚ ਹੈਰਾਨੀ ਪ੍ਰਗਟ ਕੀਤੀ ਗਈ ਹੈ ਕਿਸੇ ਫੁੱਲ ਦੇ ਬਹੁਤ ਜ਼ਿਆਦਾ ਸੁੰਦਰ ਹੋਣ ਤੇ। ਦੂਜੀ ਉਦਾਹਰਨ ਦੀ ਗੱਲ ਕਰਦੇ ਹਾਂ, ਬੱਲੇ ਉਹਨੇ ਕਿੰਨੀ ਉੱਚੀ ਛਾਲ ਮਾਰੀ, ਇਹਦੇ ਵਿੱਚ ਵੀ ਹੈਰਾਨੀ ਪ੍ਰਗਟ ਕੀਤੀ ਗਈ ਹੈ, ਖੁਸ਼ੀ ਵੀ ਪ੍ਰਗਟ ਕੀਤੀ ਗਈ ਹੈ ਕਿ ਉਸਨੇ ਬਹੁਤ ਜ਼ਿਆਦਾ ਉੱਚੀ ਛਾਲ ਮਾਰੀ ਹੈ, ਤੇ ਅਖੀਰ ਦੇ ਵਿੱਚ ਵਿਸਮਿਕ ਚਿੰਨ੍ਹ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਗਿਆ ਹੈ। ਅਖੀਰਲੀ ਉਦਾਹਰਨ ਵੱਲ ਚੱਲਦੇ ਹਾਂ, ਹਾਏ ਮੈਂ ਕੀ ਕਰਾਂ, ਇਹਦੇ ਵਿੱਚ ਗਮੀ ਦਾ ਭਾਵ ਪ੍ਰਗਟ ਹੋ ਰਿਹਾ ਹੈ ਕਿ
ਕੋਈ ਇੰਨਾ ਜ਼ਿਆਦਾ ਦੁਖੀ ਹੈ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰੇ, ਤਾਂ ਇਸ ਤਰੀਕੇ ਦੇ ਵਾਕਾਂ ਨੂੰ ਕਾਰਜ ਦੇ ਆਧਾਰ ਤੇ ਵਿਸਮਯਵਾਚਕ ਵਾਕ ਦੀ ਸ਼੍ਰੇਣੀ ਦੇ ਅਧੀਨ ਰੱਖਿਆ ਜਾ ਸਕਦਾ ਹੈ। ਚੌਥੀ ਕਿਸਮ ਵੱਲ ਚੱਲਦੇ ਹਾਂ, ਆਗਿਆਵਾਚਕ ਵਾਕ। ਆਗਿਆਵਾਚਕ ਵਾਕ ਦੇ ਵਿੱਚ ਜਿਨ੍ਹਾਂ ਵਾਕਾਂ ਦੇ ਬੋਲਣ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਆਗਿਆ ਦਿੱਤੇ ਜਾਣ ਜਾਂ ਹੁਕਮ ਦਿੱਤੇ ਜਾਣ ਦਾ ਭਾਵ ਪ੍ਰਗਟ ਹੁੰਦਾ ਹੈ, ਭਾਵ ਉਜਾਗਰ ਹੁੰਦਾ ਹੈ, ਉਹਨਾਂ ਵਾਕਾਂ ਨੂੰ ਆਗਿਆਵਾਚਕ ਵਾਕ ਕਿਹਾ ਜਾਂਦਾ ਹੈ। ਇਹਨਾਂ ਵਾਕਾਂ ਦੀ ਇੱਕ ਹੋਰ ਪਛਾਣ ਕੀ ਹੈ ਕਿ ਇਹਨਾਂ ਵਾਕਾਂ ਦੇ ਵਿੱਚ ਕਰਤਾ ਭਾਵ ਵਾਕ ਦੇ ਵਿੱਚ ਜੋ ਕੰਮ ਕਰ ਰਿਹਾ ਹੋਇਆ, ਆਪਾਂ ਛੋਟੇ ਹੁੰਦਿਆਂ ਤੋਂ ਪੜ੍ਹ ਹੀ ਰਹੇ ਹਾਂ, ਕਰਤਾ ਕਰਮ ਕਿਰਿਆ ਵਾਕ ਦੇ ਮੁੱਖ ਅੰਗ ਨੇ। ਕਰਤਾ ਭਾਵ ਜੋ ਵਾਕ ਦੇ ਵਿੱਚ ਕੰਮ ਕਰ ਰਿਹਾ ਹੈ, ਕਰਮ ਕੀ ਹੈ, ਜੋ ਕੰਮ ਕੀਤਾ ਗਿਆ ਹੈ, ਕਿਰਿਆ ਜੋ ਕੰਮ ਹੋ ਰਿਹਾ ਹੈ। ਤਾਂ ਕਰਤਾ ਭਾਵ ਜੋ ਕੰਮ ਕਰ ਰਿਹਾ ਉਸ ਦੀ ਅਣਹੋਂਦ ਹੋਊਗੀ, ਉਸ ਤਰੀਕੇ ਦੇ ਵਾਕ ਆਗਿਆਵਾਚਕ ਵਾਕ ਹੋਣਗੇ। ਤੇ ਇਹਨਾਂ ਦੇ ਵਿੱਚ ਆਦਰਵਾਦੀ ਭਾਵ ਸਤਿਕਾਰ ਵਾਲੇ ਜੋ ਤੱਤ ਨੇ ਉਹ ਵੀ, ਜਿਵੇਂ ਕਿਰਪਾ ਜੀ ਆਦਿ ਦੀ ਵਰਤੋਂ ਕੀਤੀ ਹੋਊਗੀ, ਉਸ ਤੋਂ ਵੀ ਆਪਾਂ ਪਛਾਣ ਸਕਦੇ ਹਾਂ ਕਿ ਇਹ ਆਗਿਆਵਾਚਕ ਵਾਕ ਦੀ ਸ਼੍ਰੇਣੀ ਵਾਲੇ ਵਾਕ ਨੇ। ਜਿਵੇਂ ਆਓ ਸਕੂਲ ਦਾ ਕੰਮ ਕਰੀਏ, ਇਹ ਵੀ ਕਿਸੇ ਨੂੰ ਆਗਿਆ ਜਾਂ ਹੁਕਮ ਵਾਲਾ ਕੰਮ ਦਿੱਤਾ ਗਿਆ ਹੈ ਕਿ ਸਕੂਲ ਦਾ ਕੰਮ ਕੀਤਾ ਜਾਵੇ। ਦੂਜਾ ਵਾਕ ਹੈ ਚਾਹ ਲਿਆਓ, ਇਹਦੇ ਵਿੱਚ ਵੀ ਆਗਿਆ ਜਾਂ ਹੁਕਮ ਦਾ ਭਾਵ ਪ੍ਰਗਟ ਹੋ ਰਿਹਾ ਹੈ। ਕਿਰਪਾ ਕਰਕੇ ਚੁੱਪ ਕਰ ਜਾਓ, ਇਹ ਵੀ ਇਸ ਵਾਕ ਦੇ ਵਿੱਚ ਵੀ ਕਿਸੇ ਨੂੰ ਚੁੱਪ ਕਰਨ ਦੇ ਲਈ ਕਿਹਾ ਗਿਆ ਹੈ। ਆਓ ਜੀ ਚੱਲੀਏ, ਇਸ ਦੇ ਵਿੱਚ ਕੀ ਹੈ, ਕਿਸੇ ਨੂੰ ਚੱਲਣ ਦੇ ਲਈ ਕਿਹਾ ਗਿਆ ਹੈ। ਭਾਵ ਇਸ ਤਰੀਕੇ ਦੇ ਵਾਕ ਜੋ ਆਗਿਆ ਜਾਂ ਹੁਕਮ ਦਿੱਤੇ ਜਾਣ ਦਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਆਗਿਆਵਾਚਕ ਵਾਕ ਕਿਹਾ ਜਾਂਦਾ ਹੈ। ਅਗਲੀ ਕਿਸਮ ਹੈ ਤੇ ਆਖਰੀ ਕਿਸਮ ਹੈ ਇੱਛਾਵਾਚਕ ਵਾਕ। ਇੱਛਾਵਾਚਕ ਵਾਕ ਦੇ ਵਿੱਚ ਕਿਸ ਤਰੀਕੇ ਦੇ ਵਾਕ ਜਾਂ ਕਿਸ ਚੀਜ਼ ਤੋਂ ਤੁਸੀਂ ਪਛਾਣ ਸਕਦੇ ਹੋ ਕਿ ਇਹ ਕਾਰਜ ਦੇ ਆਧਾਰ ਤੇ ਇੱਛਾਵਾਚਕ ਵਾਕ ਹੈ। ਇਹਨਾਂ ਵਾਕਾਂ ਦੇ ਵਿੱਚ ਕਿਸੇ ਲਈ ਸ਼ੁਭ ਇੱਛਾਵਾਂ ਜਾਂ ਅਸੀਸ ਆਦਿ ਦੇਣ ਦੇ ਭਾਵ ਪ੍ਰਗਟ ਹੋਣਗੇ। ਭਾਵ ਜਿਨ੍ਹਾਂ ਵਾਕਾਂ ਤੋਂ ਤੁਹਾਨੂੰ ਪਤਾ ਲੱਗੇ ਕਿ ਇਸ ਵਾਕ ਦੇ ਰਾਹੀਂ ਕਿਸੇ ਨੂੰ ਅਸੀਸ ਦਿੱਤੀ ਗਈ ਹੈ, ਸ਼ੁਭ ਇੱਛਾਵਾਂ ਦਿੱਤੀਆਂ ਗਈਆਂ ਨੇ, ਦੁਆਵਾਂ ਦਿੱਤੀਆਂ ਗਈਆਂ ਨੇ, ਉਸ ਤਰੀਕੇ ਦੇ ਵਾਕ ਇੱਛਾਵਾਚਕ ਵਾਕ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋਣਗੇ। ਉਦਾਹਰਨ ਤੋਂ ਜ਼ਿਆਦਾ ਸਪਸ਼ਟ ਕਰਦੇ ਹਾਂ, ਜਿਵੇਂ ਤੇਰੀ ਦੇਹ ਨਰੋਈ ਰਹੇ, ਇਸ ਦੇ ਵਿੱਚ ਕਿਸੇ ਨੂੰ ਉਸ ਦੀ ਦੇਹੀ, ਉਸ ਦਾ ਸਰੀਰ ਨਰੋਆ ਰਹਿਣ ਦੀ ਅਸੀਸ ਹੈ ਜਿਹੜੀ ਉਹ ਦਿੱਤੀ ਗਈ ਹੈ। ਤੂੰ ਸਦਾ ਸੁਖੀ ਰਹੇ, ਕਿਸੇ ਨੂੰ ਸਦਾ ਸੁਖੀ ਰਹਿਣ ਦੀ ਜੋ ਅਸੀਸ ਹੈ ਉਹ ਦਿੱਤੀ ਗਈ ਹੈ। ਅਖੀਰਲੀ ਉਦਾਹਰਨ ਹੈ ਤੈਨੂੰ ਤੱਤੀ ਵਾਹ ਨਾ ਲੱਗੇ, ਇਸ ਦੇ ਵਿੱਚ ਵੀ ਕਿਸੇ ਦੇ ਲਈ ਸ਼ੁਭ ਇੱਛਾਵਾਂ ਮੰਗੀਆਂ ਗਈਆਂ ਨੇ ਤੇ ਨਾਲ ਹੀ ਉਹਨੂੰ ਅਸੀਸ ਦੁਆ ਦਿੱਤੀ ਗਈ ਹੈ ਕਿ ਤੈਨੂੰ ਤੱਤੀ ਹਵਾ ਭਾਵ ਉਸਦਾ ਕੋਈ ਵੀ ਨੁਕਸਾਨ ਨਾ ਹੋਵੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਵਾਕ ਦੀ ਪਛਾਣ ਕਰ ਸਕਦੇ ਹੋ ਕਿ ਕਿਹੜਾ ਵਾਕ ਕਿਸ ਤਰੀਕੇ ਦਾ ਵਾਕ ਹੈ। ਵਾਕ ਵਟਾਂਦਰਾ ਸਿੱਖਣ ਦੇ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪਹਿਲਾਂ ਤੁਹਾਨੂੰ ਵਾਕ ਹੁੰਦਾ ਕੀ ਹੈ ਤੇ ਵਾਕ ਨੂੰ ਕਿਸ ਆਧਾਰ ਤੇ ਆਪਾਂ ਅੱਗੇ ਕਿਸਮਾਂ ਦੇ ਵਿੱਚ ਵੰਡ ਸਕਦੇ ਹਾਂ। ਜਿਵੇਂ ਬਣਤਰ ਤੇ ਕਾਰਜ ਦੇ ਆਧਾਰ ਤੇ ਉਹਨਾਂ ਦੀ ਅਲੱਗ-ਅਲੱਗ ਤਰੀਕੇ ਨਾਲ ਵੰਡ ਕੀਤੀ ਜਾਂਦੀ ਹੈ, ਤਾਂ ਬੜੀ ਆਸਾਨੀ ਦੇ ਨਾਲ ਤੁਸੀਂ ਵਾਕਾਂ ਨੂੰ ਦੂਸਰੇ ਰੂਪ ਦੇ ਵਿੱਚ ਬਦਲ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਆਪਾਂ ਵਾਕ ਵਟਾਂਦਰੇ ਦੇ ਉੱਪਰ ਵੀਡੀਓ ਲੈ ਕੇ ਆਵਾਂਗੇ, ਜਿਸ ਤੋਂ ਤੁਹਾਨੂੰ ਜ਼ਿਆਦਾ ਸਪਸ਼ਟ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਵਾਕਾਂ ਨੂੰ ਦੂਸਰੇ ਕਿਸਮ ਦੇ ਵਾਕ ਦੇ ਵਿੱਚ ਤਬਦੀਲ ਜਾਂ ਉਹਦਾ ਰੂਪਾਂਤਰਣ ਕੀਤਾ ਜਾ ਸਕਦਾ ਹੈ। ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਵਾਕ ਦੀਆਂ ਕਿਸਮਾਂ ਬਾਰੇ ਸਪਸ਼ਟ ਹੋ ਗਿਆ ਹੋਊਗਾ, ਜਾਣਕਾਰੀ ਮਿਲ ਗਈ ਹੋਊਗੀ। ਤੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ। ਜੇਕਰ ਸਭ ਕੁਝ ਸਮਝ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।